Hello students, we are doing the prose named Mr. Know All, and in the last two videos we read about the Mr. Kalida, and we read that author did not like Mr. Kalida at all because he was very talkative and was indulging with the author too much. So let's read further. I did not like Mr. Kalida. The author says ਜੋ ਦਾ ਫਰਸਟ ਇੰਪ੍ਰੈਸ਼ਨ ਸੀ ਮਿਸਟਰ ਕੈਲੇਡਾ ਨੂੰ ਮਿਲਣ ਤੋਂ ਬਾਅਦ ਹੀ ਡਿਡ ਨਾਟ ਲਾਈਕ ਮਿਸਟਰ ਕੈਲੇਡਾ ਇਟ ਐਟ ਆਲ I not only shared a cabin with him and ate 3 meals a day at the same table, but I could not walk around the deck without his joining me. So from this we come to know that जो मिस्टर कैलेडा सी he was there all the time with the author. जो author ਸੀ ਆਪਣੀ ਮਰਜ਼ੀ ਦੇ ਨਾਲ ਡੈਕ ਦੇ ਉੱਤੇ ਡੈਕ ਇਜ਼ ਦ ਬੈਲਕਨੀ on the ship, ਠੀਕ ਹੈ, ਉੱਥੇ ਵੀ ਉਹਨੂੰ ਜੁਆਇਨ ਕਰ ਲੈਂਦੇ ਸੀ। ਉਹਨੂੰ ਉਹਦੇ ਨਾਲ ਕੈਬਿਨ ਤਾਂ ਸ਼ੇਅਰ ਕਰਨਾ ਪੈਣਾ ਹੀ ਸੀ ਕਿਉਂਕਿ ਉਹਨੂੰ ਏਜੰਟ ਨੇ ਉਹਨਾਂ ਨੂੰ ਸੇਮ ਕੈਬਿਨ ਦਿੱਤਾ ਸੀ, ਬਟ ਇਸ ਤੋਂ ਇਲਾਵਾ ਉਹਨੂੰ ਉਹਦੇ ਨਾਲ 3 ਮੀਲਸ ਅ ਡੇ ਵੀ ਖਾਣਾ ਪੈਂਦਾ ਸੀ ਉਹਦੇ ਨਾਲ ਖਾਣਾ, ਕਿਉਂਕਿ ਬ੍ਰੇਕਫਾਸਟ ਵੀ ਉਹਦੇ ਨਾਲ ਸੀ, ਲੰਚ ਵੀ ਉਹਦੇ ਨਾਲ ਹੀ ਕਰ ਰਿਹਾ ਸੀ ਮਿਸਟਰ ਕੈਲੇਡਾ ਐਂਡ ਡਿਨਰ ਆਲਸੋ। ਐਂਡ ਈਵਨ ਜਦੋਂ ਉਹ ਥੋੜ੍ਹਾ ਟਾਈਮ ਆਪਣਾ ਟਹਿਲਣਾ ਚਾਹੁੰਦਾ ਸੀ ਔਨ ਦ ਡੈਕ ਔਨ ਦ ਬੈਲਕਨੀ ਆਫ ਦ ਸ਼ਿਪ, ਤਾਂ ਉਹ ਵੀ ਉਹਦੇ ਲਈ ਉਹਨੂੰ ਉਸ ਟਾਈਮ ਵੀ ਮਿਸਟਰ ਕੈਲੇਡਾ ਫਰੀ ਨਹੀਂ ਸੀ ਛੱਡਦੇ, ਬਿਲਕੁਲ ਉਹਦੇ ਨਾਲ ਹੀ ਚਿਪਕੇ ਰਹਿੰਦੇ ਸੀ। ਇਟ ਵਾਜ਼ ਇੰਪੋਸੀਬਲ ਟੂ ਸਨਬ ਹਿਮ ਮੀਨਸ ਟੂ ਸਟੋਪ ਹਿਮ। It never occurred to him that he was not wanted. ਕਦੇ ਵੀ ਮਿਸਟਰ ਕੈਲੇਡਾ ਨੇ ਇਸ ਤਰ੍ਹਾਂ ਨਹੀਂ ਕਦੇ ਵੀ ਸੋਚਿਆ, ਕਦੇ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਕਦੇ ਨਹੀਂ ਆਈ ਕਿ ਉਹਨਾਂ ਨੂੰ ਕੋਈ ਆਪਣੇ ਆਸ-ਪਾਸ ਨਹੀਂ ਰੱਖਣਾ ਚਾਹੁੰਦਾ। he was not wanted. never occurred ਮਤਲਬ ਕਦੇ ਵੀ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਆਈ ਕਿ ਵੀ ਮੈਂ ਕਿਸੇ ਨੂੰ ਥੋੜ੍ਹਾ ਨਾ ਪ੍ਰਾਈਵੇਸੀ ਦੇਵਾਂ ਜਾਂ ਮੈਨੂੰ ਇੱਥੇ ਲੋਕ ਪਸੰਦ ਕਰ ਰਹੇ ਜਾਂ ਨਹੀਂ। it never occurred to him. He was certain that you were as glad to see him as he was to see you. ਉਹ ਤਾਂ ਉਹਨਾਂ ਨੂੰ ਬਸ ਇਹ ਸਰਟਨਿਟੀ ਸੀ, ਇਹ ਸ਼ੋਰਿਟੀ ਸੀ ਕਿ ਜਿਸ ਤਰ੍ਹਾਂ ਮੈਨੂੰ ਲੋਕਾਂ ਨੂੰ ਮਿਲ ਕੇ ਖੁਸ਼ੀ ਹੋ ਰਹੀ ਹੈ, ਇਸ ਤਰ੍ਹਾਂ ਬਾਕੀ ਲੋਕ ਵੀ ਮੈਨੂੰ ਮਿਲ ਕੇ ਖੁਸ਼ ਹੋ ਰਹੇ ਆ। In your own house you might have kicked him downstairs and slammed the door in his face without the suspicion drawing on him that he was not a welcome visitor. ਤੇ ਆਥਰ ਕਹਿ ਰਿਹਾ ਕਿ ਹੋ ਸਕਦਾ ਤੁਸੀਂ ਆਪਣੇ ਘਰ ਦੇ ਵਿੱਚ ਯੂ ਮਾਈਟ ਹੈਵ ਕਿਕਡ ਹਿਮ ਡਾਊਨ ਸਟੇਅਰਸ, ਉਹਨੂੰ ਤੁਸੀਂ ਆਪਣੇ ਘਰ ਦੀ ਛੱਤ ਤੋਂ ਉਹਨੂੰ ਨੀਚੇ ਵੀ ਮਾਈਟ ਹੈਵ ਕਿਕਡ ਹਿਮ। ਸਲੈਮ ਦ ਡੋਰ ਇਨ ਹਿਜ਼ ਫੇਸ, ਉਹਨੂੰ ਬਾਹਰ ਕੱਢ ਕੇ ਕਰ ਦਿਓ, ਉਹਦੇ ਮੂੰਹ 'ਤੇ ਦਰਵਾਜ਼ਾ ਵੀ ਤੁਸੀਂ ਸਲੈਮ ਦ ਡੋਰ ਮੀਨਸ ਦਰਵਾਜ਼ਾ ਇੱਕਦਮ ਲਗਾਉਣਾ, ਇੱਕਦਮ ਉਹਦੇ ਮੂੰਹ 'ਤੇ ਮਾਰਨਾ, ਅਤੇ ਦੈਟਸ ਅ ਸਲੈਮ ਦ ਡੋਰ ਇਨ ਹਿਜ਼ ਫੇਸ। ਫਿਰ ਵੀ ਕਹਿੰਦੇ ਉਹਦੇ ਦਿਮਾਗ ਦੇ ਵਿੱਚ ਇਹ ਸਸਪੀਸ਼ਨ, ਇਹ ਸ਼ੱਕ ਕਦੇ ਨਹੀਂ ਆਊਗਾ ਕਿ ਹੀ ਵਾਜ਼ ਨਾਟ ਅ ਵੈਲਕਮ ਵਿਜ਼ਿਟਰ। ਉਹਨੂੰ ਇਹ ਵੀ ਗੱਲ ਪਤਾ ਨਹੀਂ ਇਸ ਤਰ੍ਹਾਂ ਲੱਗੇਗੀ ਕਿ ਸ਼ਾਇਦ ਇਹ ਇਹਨਾਂ ਦਾ ਸਟਾਈਲ ਹੈ, ਤਾਂ ਉਹ ਤਾਂ ਵੀ ਨਹੀਂ ਇਹ ਸ਼ੱਕ ਕਰਨਗੇ ਮਿਸਟਰ ਕੈਲੇਡਾ ਕਿ ਆਈ ਵਾਜ਼ ਨਾਟ ਅ ਵੈਲਕਮ ਵਿਜ਼ਿਟਰ, ਇਹਨਾਂ ਲੋਕਾਂ ਨੇ ਮੈਨੂੰ ਦੁਖੀ ਹੋ ਕੇ ਆਪਣੇ ਘਰ ਤੋਂ ਬਾਹਰ ਕੱਢਿਆ ਹੈ। ਉਹ ਬਸ ਇਹ ਸੋਚਦੇ ਸੀ ਐਵਰੀਬਡੀ ਲਾਈਕਸ ਮੀ, ਐਵਰੀਬਡੀ ਇਜ਼ ਹੈਪੀ ਟੂ ਸੀ ਮੀ, ਔਰ ਇਸ ਤਰ੍ਹਾਂ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਘੁਲ ਮਿਲ ਰਹੇ ਸੀ। ਹੀ ਵਾਜ਼ ਅ ਗੁੱਡ ਮਿਕਸਰ, ਲੋਕਾਂ ਨਾਲ ਬਹੁਤ ਜਲਦੀ ਘੁਲ ਮਿਲ ਜਾਂਦੇ ਸੀ। ਐਂਡ ਇਨ 3 days ਹੀ ਨਿਊ everyone on board. 3 ਦਿਨਾਂ ਦੇ ਵਿੱਚ ਹੀ everyone, ਜੋ ਵੀ ਸ਼ਿਪ 'ਤੇ ਲੋਕ ਸੀ, ਟਰੈਵਲ ਕਰ ਰਹੇ ਸੀ, ਸਾਰਿਆਂ ਨੂੰ ਉਹ ਜਾਣਦੇ ਸੀ। ਹੀ ਰੈਨ everything, ਸ਼ਿਪ ਦੇ ਉੱਤੇ ਸਾਰਾ ਕੁਛ ਉਹ ਔਰਗੇਨਾਈਜ਼ ਕਰ ਰਹੇ ਸੀ। ਹੀ ਮੈਨੇਜ ਦ ਸਵੀਪਸ, conducted the auctions, collected money for prizes at sports, got up quoit means it is the rings game, golf matches, and organized the concert and arranged the fancy dress ball. ਉਹਨਾਂ ਦੀ ਇਹ ਜਿਹੜੀ ਵਿਜ਼ਿਟ ਸੀ from San Francisco to Yokohama, it was like long visit. ਇਹਦੇ ਵਿੱਚ ਟਾਈਮ ਲੱਗਣਾ ਸੀ, I think it took 2 weeks, 2 ਹਫ਼ਤਿਆਂ ਦਾ ਉਹਨਾਂ ਨੂੰ ਟਾਈਮ ਲੱਗਣਾ ਸੀ। ਉਹਦੇ ਵਿੱਚ ਜਿਹੜੇ ਲੋਕ ਸੀ ਸ਼ਿਪ ਦੇ ਵਿੱਚ ਹੁਣ ਟਰੈਵਲ ਕਰ ਰਹੇ ਸੀ, ਮਿਸਟਰ ਕੈਲੇਡਾ ਸਾਰਿਆਂ ਦੇ ਨਾਲ ਘੁਲ ਮਿਲ ਗਏ ਸੀ। ਸ਼ਿਪ ਦੇ ਵਿੱਚ ਜੋ ਵੀ ਕੋਈ ਆਰਗੇਨਾਈਜੇਸ਼ਨ ਕੁਛ ਵੀ ਕਰਨਾ ਹੈ ਉਹ ਮਿਸਟਰ ਕੈਲੇਡਾ ਕਰ ਰਹੇ ਸੀ। ਹੀ ਮੈਨੇਜ ਦ ਸਵੀਪਸ, ਕੰਡਕਟਡ ਦ ਔਕਸ਼ਨਸ, ਇਹ ਸਾਰਾ ਕੁਛ ਕੀ ਹੈ ਕਿ ਜਿਸ ਤਰ੍ਹਾਂ ਸ਼ਿਪਸ ਦੇ ਉੱਤੇ ਛੋਟੇ ਛੋਟੇ ਕੌਨਸਰਟ, ਕੋਈ ਫੰਕਸ਼ਨਸ ਆਪਾਂ ਕਹਿ ਸਕਦੇ ਹਾਂ, ਕਰਵਾ ਲੈਂਦੇ ਆ, ਕਿਉਂਕਿ 14 days ਹੈ, ਬਹੁਤ ਬੋਰਿੰਗ ਹੋ ਜਾਏਗਾ
to live 14 days without anything. So इस तरह उन्होंने छोटे ਜਿਹੇ फंक्शन मैंने द स्वीप कंडक्टर द ऑक्शनस कोई अपना कुछ बेचना चाहता है ऑक्शन वो भी वो करवा रहे सी कलैक्टिड मनी फॉर प्राइजेस एट स्पोर्ट्स हुण कोई कंपीटिशन करवा लिया वो लिए फिर प्राइज़ देना है वो लिए भी पैसे गॉट अप क्वाइट मीनस द रिंग्स गेम वो गेम वगैरह भी उन्होंने ऑर्गेनाइज करवाइयाँ गोल्फ मैचेस ऑल्सो ऑर्गेनाइज द कॉन्सर्ट की हुंदा है एक तरह का लाइक म्यूजिक इवेंट हुंदा है एंड अरेंज फैंसी ड्रेस बॉल इज़ द डांस पार्टी सो उन्होंने ये भी अरेंज करवाई ही वॉज एवरीवेयर एंड ऑलवेज हर जगह वो मौजूद होंदे सी मिस्टर कैलेडा ही वॉज सर्टनली द बेस्ट हेटेड मैन इन द शिप सारे लोग उन्होंने तो दुखी सी सारे लोग मिस्टर कैलेडा नूं नफरत कर रहे सी We called him Mr. Know-all. Even to his face, he took as a compliment. ਕਹਿੰਦੇ ਅਸੀਂ ਉਹਨੂੰ ਜਾਣਬੁੱਝ ਕੇ ਕੀ ਕਹਿੰਦੇ ਸੀ Mr. Know-all. ਉਹਦੇ ਮੂੰਹ ਤੇ ਵੀ ਕਹਿ ਦਿੰਦੇ ਸੀ even to his face. He took it as a compliment. ਕਦੇ ਵੀ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਲੋਕ ਮੈਨੂੰ ਕਮੈਂਟ ਕਰ ਰਹੇ ਆ ਕਿ he is Mr. Know-all, ਇਹਨੂੰ ਸਭ ਪਤਾ ਆ ਮਤਲਬ ਕਿਉਂਕਿ ਉਹ ਅੱਗੇ ਬਹੁਤ ਜ਼ਿਆਦਾ ਚੀਜ਼ਾਂ ਦੇ ਆ ਰਹੇ ਸੀ ਤਾਂ ਉਹ ਇਸ ਲੋਕ ਉਹਨਾਂ ਨੂੰ ਮਜ਼ਾਕ ਉਡਾਉਣ ਦੇ ਵਿੱਚ ਕਹਿੰਦੇ ਸੀ ਮਿਸਟਰ ਨੋ ਆਲ ਸਾਰਕਾਜ਼ਮ ਦੇ ਵੇ ਨਾਲ ਬਟ ਉਹ ਇਸ ਚੀਜ਼ ਨੂੰ ਵੀ ਕਮੈਂਟ ਦੀ ਬਜਾਏ ਕੰਪਲੀਮੈਂਟ ਸਮਝਦੇ ਸੀ ਬਟ ਇਟ ਵਾਜ਼ ਐਟ ਮੀਲ ਟਾਈਮਸ ਹੀ ਵਾਜ਼ ਮੋਸਟ ਇਨਟੋਲਰੇਬਲ ਲੇਕਿਨ ਜਦੋਂ ਖਾਣ ਦਾ ਟਾਈਮ ਹੁੰਦਾ ਸੀ ਨਾ ਉਹ ਕਹਿੰਦੇ ਉਹਨਾਂ ਨੂੰ ਟੋਲਰੇਟ ਕਰਨਾ ਵਾਜ਼ ਦ ਮੋਸਟ ਡਿਫਿਕਲਟ ਥਿੰਗ ਫॉर द better part of an hour he had us at his mercy. For the better part of an hour means for most of the time. Better part of the hour एक घंटे ਦੇ ਵਿੱਚ ज़्यादा मिनट मतलब इस तरह होया. So इधर for the better part of an hour would mean for the most of the time. दिन ਦੇ ਵਿੱਚ 24 ਘੰਟਿਆਂ 'ਚ मतलब ज़्यादातर टाइम की हो रहा सी. He had us at his mercy. He had us at his mercy means ਉਹਨੇ ਸਾਨੂੰ ਆਪਣੇ ਕੰਟਰੋਲ ਦੇ ਵਿੱਚ ਕੀਤਾ ਹੋਇਆ ਸੀ ਸਾਨੂੰ ਪੂਰੀ ਤਰ੍ਹਾਂ ਉਹ ਚਲਾ ਰਿਹਾ ਸੀ ਵੀ ਵਰ ਅੰਡਰ ਹਿਜ਼ ਕੰਟਰੋਲ ਹੀ ਵਾਜ਼ ਹਾਰਟੀ ਜੋਵੀਅਲ ਲੋਕੇਸ਼ੀਅਸ ਐਂਡ ਆਰਗੂਮੈਂਟੇਟਿਵ ਲੋਕੇਸ਼ੀਅਸ ਮੀਨਸ ਓਵਰ ਟਾਕੇਟਿਵ ਬਹੁਤ ਜ਼ਿਆਦਾ ਗੱਲਾਂ ਕਰਦੇ ਸੀ ਆਰਗੂਮੈਂਟੇਟਿਵ ਵੀ ਸੀ ਬਹਿਸਬਾਜ਼ੀ ਵੀ ਬਹੁਤ ਕਰਦੇ ਸੀ Hearty means always happy, jovial means happy, very fun loving, hearty means full of fun. He knew everything better than anybody else and it was an affront to his overweening vanity that you should disagree with him. He knew everything better than anybody else. ਉਹਨਾਂ ਨੂੰ ਇਹ ਲੱਗਦਾ ਸੀ ਕਿ ਮੈਨੂੰ ਸਾਰਿਆਂ ਦੇ ਨਾਲੋਂ ਜ਼ਿਆਦਾ ਪਤਾ ਆ and it was an affront means it was like an offense कुछ गलत सी affront ਹੁੰਦਾ है किसी दी insult करना कोई offense करना to his overweening means overconfident vanity means the pride that you should disagree with him ਕਦੇ ਇਸ ਤਰ੍ਹਾਂ ਕਹਿੰਦੇ ਹੋ ਹੀ ਨਹੀਂ ਸੀ ਸਕਦਾ ਕਿ ਉਹਨਾਂ ਨੇ ਕੋਈ ਗੱਲ ਕਹੀ ਮਿਸਟਰ ਕੈਲੇਡਾ ਨੇ ਕੋਈ ਗੱਲ ਕਹੀ ਤੇ ਅਸੀਂ ਉਸ ਚੀਜ਼ ਤੇ ਡਿਸਐਗਰੀ ਕਰ ਜਾਈਏ ਜੇ ਕੋਈ ਉਹਨਾਂ ਦੇ ਨਾਲ ਡਿਸਐਗਰੀ ਕਰ ਜਾਂਦਾ ਸੀ ਤਾਂ ਮਿਸਟਰ ਕੈਲੇਡਾ ਇਸ ਤਰ੍ਹਾਂ ਸੋਚਦੇ ਸੀ ਇਹ ਤਾਂ ਮੇਰੀ ਬਹੁਤ ਵੱਡੀ ਇਨਸਲਟ ਹੈ ਆਈ ਐਮ ਵੈਰੀ ਕੌਨਫੀਡੈਂਟ ਜੋ ਮੈਂ ਕਿਹਾ ਬਿਲਕੁਲ ਸਹੀ ਕਿਹਾ ਆ अगर कोई मेरे नाल इस चीज़ से डिसएग्री कर रहा है तो ये मेरे प्राइड दे मेरी वैनिटी दे मेरी शान दे खिलाफ है इट इज़ अ काइंड ऑफ अफेंस इट इज़ अ काइंड ऑफ एन इंसल्ट इस तरह सोचते सी मिस्टर कैलेडा ही वुड ड्रॉप अ सब्जेक्ट हाउएवर अनइम्पॉर्टेंट till he had brought you round to his way of thinking he would not drop a subject जब तक तुसी कोई उन्हां दी गल ते हामी नहीं सी भरदे ना अगर उन्होंने कोई गल की है कोई आर्गूमेंट पेश किया है अगर तुसी उस चीज़ नाल एग्री नहीं करते जब तक तुसी उस चीज़ नाल एग्री नहीं करते ही वुड नॉट ड्रॉप अ सब्जेक्ट वो उस सब्जेक्ट उस गल नूं बिल्कुल भी नहीं सी छड्डदे हाउएवर अनइम्पोर्टेंट जिन्नी मर्जी वो गल चाहे अनइम्पोर्टेंट ही होवे कोई बहुत वड्डी गल ना भी होवे फिर भी उस गल नूं नहीं सी छड्डदे टिल ही हैड ब्रॉट यू राउंड टू हिज वे ऑफ थिंकिंग जब तक जिस हिसाब के नाल वो सोचते हैं उस हिसाब के नाल तुसी सोचना नहीं शुरू कर देंदे तुसी उन्हां दी गल नूं नहीं मान लेंदे मिस्टर कैलेडा नहीं सी छड्डदे गल नूं द पॉसिबिलिटी दैट ही कुड बी मिसटेकन नैवर अकर टू हिम
ਇਹ ਗੱਲ ਤਾਂ ਉਹਨਾਂ ਦੇ ਕਦੇ ਦਿਮਾਗ ਦੇ ਵਿੱਚ ਆਈ ਹੀ ਨਹੀਂ ਕਿ ਉਹਨਾਂ ਦੀ ਵੀ ਕੋਈ ਗਲਤੀ ਹੋ ਸਕਦੀ ਹੈ। ਹੀ ਕੁਡ ਆਲਸੋ ਬੀ ਮਿਸਟੇਕਨ, ਦਿਸ ਥਿੰਗ ਨੈਵਰ ਅਕਰਡ ਟੂ ਹਿਮ। ਹੀ ਵਾਜ਼ ਅ ਚੈਪ ਹੂ ਨਿਊ। ਉਹ ਇਸ ਤਰ੍ਹਾਂ ਦੇ ਇਨਸਾਨ ਸੀ ਜਿਨ੍ਹਾਂ ਨੂੰ ਇਹ ਪਤਾ ਸੀ, ਇਹ ਲੱਗਦਾ ਸੀ ਕਿ ਮੈਨੂੰ ਸਭ ਪਤਾ ਹੈ। ਵੀ ਸੈਟ ਐਟ ਡਾਕਟਰਸ ਟੇਬਲ। ਤਾਂ ਉਸ ਸ਼ਿਪ ਦੇ ਵਿੱਚ ਕੋਈ ਡਾਕਟਰ ਵੀ ਸੀ, ਤਾਂ ਕਹਿੰਦੇ ਅਸੀਂ ਉਸ ਡਾਕਟਰ ਦੇ ਟੇਬਲ 'ਤੇ ਬੈਠੇ ਹੋਏ ਸੀ ਵਿਦ ਦ ਡਾਕਟਰ ਦਾ ਆਪਣਾ ਕੋਈ ਟੇਬਲ ਸੀ, ਲਾਈਕ ਫॉर ਵੀ ਕੈਨ ਸੇ ਡਿਨਰ ਟਾਈਮ ਜਾਂ ਲੰਚ ਟਾਈਮ, ਕਿਸੇ ਟਾਈਮ ਵੀ ਉਹਨਾਂ ਦੇ ਕੋਲ ਬੈਠੇ ਹੋਏ ਸੀ। ਮਿਸਟਰ ਕੈਲੇਡਾ ਵੁੱਡ ਹੈਵ ਸਰਟਨਲੀ Mr. Calida would certainly have had it all his own way, for the doctor was lazy. I was frigidly means extremely, indifferent means uninterested, except for a man called Ramsay who sat there also. ਤੇ ਅਸੀਂ ਕਹਿੰਦੇ ਇੱਕ ਵਾਰ ਦੀ ਗੱਲ ਡਿਸਕਸ ਕਰਨ ਲੱਗੇ ਆ ਆਥਰ ਸਾਡੇ ਨਾਲ, ਉਹ ਕਹਿੰਦੇ ਅਸੀਂ ਡਾਕਟਰਸ ਦੇ ਟੇਬਲ 'ਤੇ ਬੈਠੇ ਹੋਏ ਸੀ। He would certainly have had it all his own way. ਉਹ ਸਾਰਾ ਕੁਝ ਆਪਣੇ ਅਕੋਰਡਿੰਗ ਚਲਾ ਸਕਦੇ ਸੀ। He would certainly have, ਬਿਲਕੁਲ ਉਹਨੇ ਡੈਫੀਨੇਟਲੀ ਜਿਸ ਤਰ੍ਹਾਂ ਵੀ ਉਹ ਚਾਹੁੰਦੇ ਸੀ ਕਿ ਮੇਰੀ ਗੱਲ ਸਾਰੇ ਮੰਨਣ ਸੁਣਨ ਅਤੇ ਜੋ ਮੈਂ ਕਹਿ ਰਿਹਾ ਉਸੇ ਤਰ੍ਹਾਂ ਹੋਵੇ, ਤਾਂ ਕਹਿੰਦੇ ਡੈਫੀਨੇਟਲੀ ਸਰਟਨਲੀ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਕੰਮ ਕਰਵਾ ਲੈਣਾ ਸੀ। ਵਾਈ? ਕਿਉਂਕਿ ਡਾਕਟਰ ਸੀ ਨਾ ਜੋ, ਉਹ ਲੇਜ਼ੀ ਸੀ, ਉਹ ਇੰਟਰਸਟਿਡ ਨਹੀਂ ਸੀ ਕਿ ਮਿਸਟਰ ਕੈਲੇਡਾ ਦੇ ਨਾਲ ਕੋਈ ਬਹਿਸਬਾਜ਼ੀ ਕਰਨ ਦੇ ਵਿੱਚ ਜਾਂ ਉਹਨਾਂ ਨੂੰ ਕਹਿਣ ਦੇ ਵਿੱਚ ਨਹੀਂ ਇਸ ਤਰ੍ਹਾਂ ਨਹੀਂ ਉਸ ਤਰ੍ਹਾਂ, ਜੋ ਕਰਨਾ ਆ ਮਿਸਟਰ ਕੈਲੇਡਾ ਕਰ ਸਕਦੇ ਆ। ਹੀ ਵਾਜ਼ ਲੇਜ਼ੀ ਐਂਡ ਜਿੱਥੋਂ ਤੱਕ ਕਹਿੰਦੇ ਮੇਰੀ ਗੱਲ ਹੈ, ਆਈ ਵਾਜ਼ ਅਨਇੰਟਰਸਟਿਡ। ਮੈਂ ਉਹਨਾਂ ਦੇ ਪ੍ਰਤੀ, ਮਿਸਟਰ ਕੈਲੇਡਾ ਦੇ ਪ੍ਰਤੀ ਬਿਲਕੁਲ ਇੰਡਿਫਰੈਂਟ ਸੀ, ਐਕਸਟ੍ਰੀਮਲੀ ਇੰਡਿਫਰੈਂਟ, ਫ੍ਰਿਜਿਡਲੀ ਅਨਇੰਟਰਸਟਿਡ ਸੀ। ਬਟ ਦੇਰ ਵॉज ਅ ਮੈਨ, ਉੱਥੇ ਪਰ ਇੱਕ ਹੋਰ ਇਨਸਾਨ ਸੀ। ਉਹ ਕੌਣ ਸੀ? ਮਿਸਟਰ ਰਾਮਸੇ, ਹੂ ਆਲਸੋ ਸੈਟ ਦੇਅਰ। ਉਹ ਵੀ ਉੱਥੇ ਬੈਠੇ ਹੋਏ ਸੀ ਉਸ ਟੇਬਲ 'ਤੇ। ਹੀ ਵॉज ਐਜ਼ ਡੋਗਮੈਟਿਕ ਐਜ਼ ਮਿਸਟਰ ਕੈਲੇਡਾ। ਡੋਗਮੈਟਿਕ ਮੀਨਸ ਹੈਵਿੰਗ ਦਾ ਫਿਕਸਡ ਪੁਆਇੰਟ ਆਫ ਵਿਊ। ਉਹ ਵੀ ਜਿਸ ਤਰ੍ਹਾਂ ਢੀਠ ਅਸੀਂ ਕਹਿ ਸਕਦੇ ਹਾਂ, ਜਿਸ ਤਰ੍ਹਾਂ ਮਿਸਟਰ ਕੈਲੇਡਾ ਆਪਣੀ ਗੱਲ ਮਨਾਏ ਬਿਨਾਂ ਨਹੀਂ ਸੀ ਹਟਦੇ, ਸਿਮਿਲਰ ਵॉज ਦਾ ਮਿਸਟਰ ਰਾਮਸੇ। ਉਹ ਵੀ ਇਸੇ ਤਰ੍ਹਾਂ ਦੇ ਸੀ, ਉਹ ਵੀ ਬਹੁਤ ਡੋਗਮੈਟਿਕ ਸੀ as Mr. Calida, and resented bitterly the Levantines cocksureness. Levantine ਅਸੀਂ ਕਿਹਨੂੰ ਕਹਿੰਦੇ ਆ? ਜਿਹੜੇ ਕਿ ਈਸਟਰਨ ਕੰਟਰੀਜ਼ ਨੂੰ ਬਿਲੋਂਗ ਕਰਦੇ ਆ, ਲਾਈਕ ਦਾ ਈਸਟਰਨ ਜਾਂ ਅਫਰੀਕਨ ਕੰਟਰੀਜ਼ ਨੂੰ ਬਿਲੋਂਗ ਕਰਦੇ ਆ। ਉਹ ਹੀ ਵਾਜ਼ ਮਿਸਟਰ ਕੈਲੇਡਾ ਵਾਜ਼ ਆਫ ਬਲੈਕ ਕੰਪਲੈਕਸ਼ਨ, ਇਸ ਲਈ ਉਹਨਾਂ ਨੂੰ ਕੀ ਰੈਫਰ ਕੀਤਾ ਗਿਆ? ਲੈਵੈਂਟਾਈਨ ਰੈਫਰ ਕੀਤਾ ਗਿਆ। ਕੋਕਸ਼ੋਰਨੈਸ ਮਤਲਬ ਉਹਨਾਂ ਦੀ ਸ਼ੋਰਿਟੀ ਨੂੰ, ਉਹਨਾਂ ਪਰ ਜਿਹੜੇ ਮਿਸਟਰ ਰਾਮਸੇ ਸੀ ਉਹ ਇੰਗਲਿਸ਼ ਸੀ, ਉਹ ਇਸ ਚੀਜ਼ ਨੂੰ ਬਿਲਕੁਲ ਨਹੀਂ ਸੀ ਲਾਈਕ ਕਰਦੇ। ਰਿਜ਼ੈਂਟਡ ਬਿਟਰਲੀ, ਰਿਜ਼ੈਂਟਡ ਮੀਨਸ ਡਿਸਲਾਈਕਡ ਸਟਰੋਂਗਲੀ, ਬਿਟਰਲੀ ਹੇਅਰ ਮੀਨਸ ਸਟਰੋਂਗਲੀ। ਉਹ ਵੀ ਉਹ ਕਿ ਇਹ ਇੰਨਾ ਸ਼ੋਰ ਕਿੱਦਾਂ ਹੋ ਸਕਦਾ ਹਰ ਗੱਲ ਨੂੰ ਲੈ ਕੇ। ਜੋ ਮਿਸਟਰ ਰਾਮਸੇ ਸੀ ਉਹ ਵੀ ਉਹਨਾਂ ਨੂੰ ਡਿਸਲਾਈਕ ਕਰਦੇ ਸੀ ਮਿਸਟਰ ਕੈਲੇਡਾ ਨੂੰ। The discussion they had was acrimonious and interminable. Acrimonious means angry, very ਉਹਨਾਂ ਦੀ ਜਿੱਦਾਂ ਜੋ full of anger, acrimonious means full of anger, interminable means endless. ਉਹ ਜੋ ਬਹਿਸਬਾਜ਼ੀ ਕਰਦੇ ਸੀ ਦੋਨੋਂ ਜਾਣੇ, ਮਿਸਟਰ ਰਾਮਸੇ ਐਂਡ ਮਿਸਟਰ ਕੈਲੇਡਾ, that was endless and it was full of anger. Ramsay, but who was Mr. Ramsay? Ramsay was in the American Consular Service and was stationed at Cobb. जो मिस्टर रामसे सी, he belonged to the American Consular Service and was stationed at Cobb. He was a great heavy fellow from the Middle West. ਉਹ ਕਿਸ ਕੰਟਰੀਜ਼ ਨੂੰ ਬਿਲੋਂਗ ਕਰਦਾ ਸੀ? ਵੈਸਟਰਨ ਕੰਟਰੀਜ਼ ਨੂੰ। With loose fat under the tight skin, he bulged out of his ready-made clothes. Bulged out means ਉਹਨਾਂ ਦਾ ਜੋ ਪੇਟ ਹੈ ਉਹ ਆਪਣੇ ਕੱਪੜਿਆਂ ਤੋਂ, ਉਹਨਾਂ ਦਾ ਜੋ ਪੂਰਾ ਬੋਡੀ ਫੈਟ ਹੈ ਉਹ ਬਾਹਰ ਸੀ ਨਿਕਲਿਆ ਹੋਇਆ। ਸੋ ਮਿਸਟਰ ਜੋ ਰਾਮਸੇ ਸੀ ਉਹ ਕੌਣ ਸੀ? ਉਹ ਕਾਉਂਸਲਰ, ਅਮਰੀਕਨ ਕਾਉਂਸਲਰ ਸਰਵਿਸ ਦੇ ਵਿੱਚ ਜੋਬ ਕਰਦੇ ਸੀ। ਉਹਨਾਂ ਦੀ ਜੋਬ ਕਿੱਥੇ ਸੀ? ਕਿੱਥੇ ਉਹਨਾਂ ਨੂੰ ਜੁਆਇਨਿੰਗ ਹੋਈ ਸੀ ਉਹਨਾਂ ਦੀ? ਐਟ ਕੋਬ। ਉਹ ਬਹੁਤ ਹੀ ਹੈਵੀ ਫੈਲੋ ਮੀਨਸ ਵੀ ਕੈਨ ਸੇ ਹੀ ਵਾਜ਼ ਅ ਫੈਟ ਪਰਸਨ
and from middle west country so belong ਕਰਦੇ ਸੀ with loose fat under his tight skin he bulged out of his ready made clothes ਇੰਨੇ ਕੁ ਜ਼ਿਆਦਾ ਉਹ ਹੈਵੀ ਸੀ ਕਿ ਉਹਨਾਂ ਦੇ ਜਿਹੜੀ ਸਕਿਨ ਸੀ ਉਹ ਬਾਹਰ ਕੱਪੜਿਆਂ ਤੋਂ ਬਾਹਰ ਨਿਕਲ ਰਹੀ ਸੀ he was on his way back to resume his post ਉਹ ਵਾਪਸ ਜਾ ਰਹੇ ਸੀ ਆਪਣੀ ਜੌਬ ਜੁਆਇਨ ਕਰਨ ਦੇ ਲਈ having been on flying visit to New York to fetch his wife who had been spending a year at home ਹੁਣ ਉਹ ਕਿਹਨੂੰ ਲੈਣ ਜਾ ਰਹੇ ਸੀ ਆਪਣੀ ਵਾਈਫ ਨੂੰ ਲੈਣ ਜਾ ਰਹੇ ਸੀ he was having been on a flying visit to New York ਉਹ ਨਿਊਯਾਰਕ ਨੂੰ ਜਾ ਰਹੇ ਸੀ ਫॉर the ਥੋੜਾ ਵਿਜ਼ਿਟ ਦੇ ਲਈ ਉੱਥੋਂ ਕਿਹਨੂੰ ਲੈਣ ਗਏ ਸੀ ਉਹ ਆਪਣੀ ਵਾਈਫ ਨੂੰ ਲੈਣ ਗਏ ਸੀ who had been spending a year at home ਜਿਹੜੀ ਪਿਛਲੇ 1 ਸਾਲ ਤੋਂ ਆਪਣੇ ਘਰ ਦੇ ਵਿੱਚ ਸੀ Mrs. Ramsay was a very pretty little thing with a pleasant manners and a sense of humor लेकिन जो Mrs. Ramsay ਸੀ she was a very pretty little thing means she was a very beautiful very innocent lady with pleasant manners she has very good etiquette ਉਹਦੇ ਜੋ behavior ਸੀ manners ਸੀ ਬਹੁਤ ਅੱਛੇ ਸੀ and a sense of humor she has a very good sense of humor the counselor service is ill paid ਜਿਹੜੀ ਇਹ counselor service ਜਿਹੜੀ ਕਿ ਮਿਸਟਰ ਰਾਮਸੇ ਕਰਦੇ ਸੀ ਉਹਦੇ ਵਿੱਚ ਜਿਹੜੀ ਸੈਲਰੀ ਹੈ ਉਹ ਬਹੁਤ ਅੱਛੀ ਨਹੀਂ ਹੁੰਦੀ it is a ill paid job and she was dressed always very simply but she knew how to wear her clothes ਇਸ ਲਈ ਉਹਨਾਂ ਨੇ ਹਮੇਸ਼ਾ she was wearing very simple clothes ਪਰ ਉਹਨਾਂ ਨੂੰ ਇਹ ਪਤਾ ਹੁੰਦਾ ਸੀਗਾ ਕਿ ਇਹਨਾਂ ਕੱਪੜਿਆਂ ਨੂੰ ਮੈਂ ਕੈਰੀ ਕਿਸ ਤਰ੍ਹਾਂ ਕਰਨਾ ਹੈ she knew how to wear her clothes ਉਹ ਬਹੁਤ ਅੱਛੀ ਤਰ੍ਹਾਂ ਜੋ ਵੀ ਕੱਪੜਾ ਪਾਉਂਦੇ ਸੀ ਉਹਨੂੰ ਕੈਰੀ ਬਹੁਤ ਅੱਛਾ ਕਰਦੇ ਸੀ she achieved an effect of quite distinction ਮਤਲਬ ਉਹ ਬਿਲਕੁਲ ਦੂਸਰਿਆਂ ਤੋਂ ਅਲੱਗ ਦਿਖਦੇ ਸੀਗੇ ਉਹਨਾਂ ਦੀ ਸਿੰਪਲਿਸਿਟੀ ਉਹਨਾਂ ਦੀ ਮੋਡੈਸਟੀ ਉਹਨਾਂ ਦੀ ਇਨੋਸੈਂਸ ਦੇ ਨਾਲ ਹੀ ਉਹ ਦੂਸਰਿਆਂ ਤੋਂ ਆਪਣੇ ਆਪ ਨੂੰ ਅਲੱਗ ਕੀਤਾ ਹੋਇਆ ਸੀ ਉਹਨਾਂ ਨੇ ਡਿਸਟਿੰਕਸ਼ਨ ਮਤਲਬ ਪਤਾ ਚੱਲਦਾ ਸੀ ਕਿ ਦੈਟ ਵਾਸ ਮਿਸਿਸ ਰਾਮਸੇ ਉਹਨਾਂ ਦੀ ਜਿਹੜੀ ਸਿੰਪਲਿਸਿਟੀ ਸੀ ਉਸਨੇ ਹੀ ਉਹਨਾਂ ਨੂੰ ਦੂਸਰਿਆਂ ਤੋਂ ਡਿਸਟਿੰਕਟ ਕੀਤਾ ਹੋਇਆ ਸੀ I should not have paid any particular attention to her but she possessed a quality that may be common enough in women but nowadays is not obvious in their demeanor means in their manners in their behavior it shone like a flower on a coat and he said I should not have paid particular attention to her and ਬਟ ਉਹਨਾਂ ਦੀ ਜਿਹੜੀ ਸਿੰਪਲਿਸਿਟੀ ਉਹਨਾਂ ਦੇ ਵਿੱਚ ਇੱਦਾਂ ਦੀ ਇੱਕ ਕੁਆਲਿਟੀ ਸੀ ਕਲਾ ਸੀ ਜਿਹੜੀ ਕਿ ਅਸੀਂ ਕਹਿ ਸਕਦੇ ਹਾਂ ਇਟ ਇਜ਼ ਵੈਰੀ ਕਾਮਨ ਇਨ ਦ ਵੂਮਨ ਐਵਰੀ ਵੂਮਨ ਇਜ਼ ਵੈਰੀ ਪੋਲਾਈਟ ਕਾਈਂਡ ਹਾਰਟਡ ਵੈਰੀ ਸਿੰਪਲ ਇਨੋਸੈਂਟ ਹਰ ਵੂਮਨ ਇਸ ਤਰ੍ਹਾਂ ਦੀ ਹੈ ਬਟ ਕਹਿੰਦੇ ਕਿ ਇਹ ਜਿਹੜੀ ਕੁਆਲਿਟੀ ਹੈ ਹਰ ਵੂਮਨ ਦੇ ਅੰਦਰ ਤਾਂ ਹੁੰਦੀ ਹੈ ਬਟ ਨਾਓ ਆ ਡੇਜ਼ ਪਰ ਅੱਜ ਕੱਲ੍ਹ ਇਹ ਕੁਆਲਿਟੀ ਸਾਨੂੰ ਉੱਭਰ ਕੇ ਸਾਹਮਣੇ ਉਹਨਾਂ ਦੇ ਮੈਨਰਸ ਦੇ ਵਿੱਚ ਨਹੀਂ ਦਿਖਣ ਨੂੰ ਮਿਲਦੀ ਡਿਮੀਨਰਸ ਮੀਨਸ ਇਨ ਦੇਅਰ ਮੈਨਰਸ ਪਰ ਇਹ ਜਿਹੜੀ ਕੁਆਲਿਟੀ ਹੈ ਵੂਮਨ ਦੇ ਮੈਨਰਸ ਦੇ ਵਿੱਚ ਦਿਖਣ ਨੂੰ ਨਹੀਂ ਮਿਲਦੀ ਇਟ ਸ਼ੋਨ ਇਨ ਹਰ ਲਾਈਕ ਅ ਫਲਾਰ ਔਨ ਅ ਕੋਟ ਇਫ ਯੂ ਆਰ ਵੇਅਰਿੰਗ ਅ ਕੋਟ ਐਂਡ ਤੁਸੀਂ ਆਪਣਾ ਫਲਾਰ ਲਗਾ ਰਹੇ ਹੋ ਵਿਦ on the pocket ਤੇ ਉਹ ਫਲਾਰ ਇਕੱਲਾ ਹੀ ਚਮਕ ਰਿਹਾ ਹੁੰਦਾ ਕੋਟ ਤੇ ਇਸੇ ਤਰ੍ਹਾਂ ਜੋ ਮਿਸਿਸ ਰਾਮਸੇ ਸੀ ਉਹਨਾਂ ਦੇ ਉੱਤੇ ਜਿਹੜੀ ਇਹ ਸਿੰਪਲਿਸਿਟੀ ਸੀ ਇਨੋਸੈਂਸ ਸੀ ਉਹਨਾਂ ਦੇ ਮੈਨਰਸ ਦੇ ਵਿੱਚ ਇਸ ਤਰ੍ਹਾਂ ਇਕੱਲੀ ਹੀ ਚਮਕ ਰਹੀ ਸੀ ਸੋ ਦੈਟਸ ਆਲ ਫॉर ਟੁਡੇ ਐਂਡ we'll read how the conversation between Mr. Khalida and Mr. Ramsay goes further and that we'll discuss in the next video. Thank you very much.